ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਏਹੀ ਲਾਹੋ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਕਹ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾ ਲੱਗੈ ਇਹੋ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾ ਤਵਨ ਕਾ ਭੇਦ ਬਤਾਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ
ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾ ਪਾਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਨਿਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਵੱਡੇ ਹੈ ਪਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਕਰੁਣਾ ਨਿਧਾਨ ਜਗ ਦਾਤੇ, ਭਗਤ ਵਛਲ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸਿਫਤ ਸਲਾਘਾ ਸ਼ਰਵਣ ਕਰਨ ਵਾਸਤੇ ਆਪ ਮਾਈ ਭਾਈ ਸਭ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰ ਸਾਧ ਸੰਗਤ ਕੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਸਦਕਾ ਪਿਛਲੇ ਸਮੇਂ ਤੋਂ ਪਾਵਨ ਦਰਬਾਰ ਅੰਦਰ ਚੱਲ ਰਹੀ ਲੜੀਵਾਰ ਸ੍ਰੀ ਸੁਖਮਣੀ ਸਾਹਿਬ ਜੀ ਕੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗਾਥਾ ਪੜ੍ਹ ਸੁਣ ਕਰਕੇ ਆਪਾਂ ਸਭ ਆਨੰਦ ਮਾਣ ਰਹੇ ਹਾਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਅੰਦਰ ਵੱਡੇ ਭਾਗਾਂ ਦੇ ਸਦਕਾ ਆਪਾਂ ਸਭ ਮਾਈ ਭਾਈ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿਫਤ ਸਲਾਘਾ ਅੰਦਰ ਜੁੜ ਬੈਠਦੇ ਹਾਂ। ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੇ ਜਨਮ ਦਾ ਵੱਡਾ ਲਾਹਾ ਤਾਂ ਸਾਧ ਸੰਗਤ ਜੀ ਇਹੀ ਹੈ ਵੀ ਆਇਓ ਪੜ੍ਹਨ ਸੁਣਨ ਕਉ ਬਾਣੀ। ਸੰਸਾਰ ਉੱਪਰ ਜੀਵ ਬਾਣੀ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਪ੍ਰੇਮਾ ਭਗਤੀ ਜਪਨ ਪੜ੍ਹਨ ਧਾਰਨ ਕਰਨ ਵਾਸਤੇ ਆਇਆ ਹੈ। ਭੋਜ ਪਦਾਰਥ ਤਾਂ ਸਾਧ ਸੰਗਤ ਦੀ ਦੂਜੀਆਂ ਜੂਨਾਂ ਵਿੱਚ ਵੀ ਮਿਲ ਜਾਣਗੇ, ਪਰ ਆਪਾਂ ਨੂੰ ਕਿਸੇ ਨੂੰ ਵੀ ਹੋਰ ਜੂਨੀ ਵਿੱਚ ਸਤ ਸੰਗਤ ਨਹੀਂ ਪ੍ਰਾਪਤ ਹੋਵੇਗੀ। ਜੇ ਸਤ ਸੰਗਤ ਪ੍ਰਾਪਤ ਹੋ ਸਕਦੀ ਹੈ ਤਾਂ ਉਹ ਮਨੁੱਖੇ ਜਨਮ ਵਿੱਚ ਹੋ ਸਕਦੀ ਹੈ।
ਤੋ ਜੇਕਰ ਮਹਾਰਾਜ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਤੇ ਆਪਣਾ ਸਾਧ ਸੰਗ ਦੀ ਇਖਲਾਕੀ ਫਰਜ਼ ਸਮਝ ਕਰਕੇ ਸਾਨੂੰ ਚਾਹੀਦਾ ਹੈ ਵੀ ਅਸੀਂ ਸਤ ਸੰਗਤ ਕਰੀਏ, ਮਹਾਰਾਜ ਦੇ ਦਰਸ਼ਨ ਦਿਦਾਰੇ ਕਰ ਆਪਣੇ ਨੇਤਰਾਂ ਨੂੰ ਸਫਲਿਆਂ ਬਣਾ ਲਈਏ, ਸੰਗਤ ਕਰਕੇ ਆਪਣੀ ਮਨੁੱਖਾ ਜੂਨੀ ਨੂੰ ਅਸੀਂ ਸਫਲਾ ਕਰ ਲਈਏ, ਤਾਂ ਕਿ ਇਹ ਦੁੱਖ ਮਈ ਸੰਸਾਰ ਵਿੱਚ ਦੁਬਾਰਾ ਮੁੜ ਨਾ ਆਉਣਾ ਪਵੇ। ਪਰਮੇਸ਼ਰ ਨੂੰ ਜਪ ਜਪ ਕੇ ਧਿਆਉਂਦਿਆਂ ਜਪਦਿਆਂ ਉਸੇ ਦਾ ਹੀ ਰੂਪ ਹੋ ਜਾਈਏ, ਉਹਦੇ ਵਿੱਚ ਹੀ ਅਭੇਦ ਹੋ ਜਾਈਏ। ਅਭੇਦ ਉਹਨਾਂ ਸਮਾਂ ਨਹੀਂ ਹੋਵਾਂਗੇ ਖਾਲਸਾ ਜੀ ਜਿੰਨਾ ਸਮਾਂ ਜੀਵ ਆਪਦੀ ਅਲਪਗਤਾ ਨਹੀਂ ਛੱਡਦਾ, ਕਿਉਂਕਿ ਪਰਮੇਸ਼ਰ ਸਰਬੱਗ ਹੈ, ਜੀਵ ਅਲਪਗ ਹੈ। ਜਦੋਂ ਜੀਵ ਸਰਬੱਗ ਨੂੰ ਜਪਦਾ ਆਪਣਾ ਅਲਪਗ ਪੁਣਾ ਗਵਾ ਦਿੰਦਾ, ਆਪਦੀ ਅਵਿਦਿਆ ਅਗਿਆਨ ਗਵਾ ਦਿੰਦਾ, ਤੇ ਸਰੀਰ ਦੀ ਹੰਗਤਾ ਮਮਤਾ ਨਹੀਂ ਰਹਿੰਦੀ। ਉਸ ਸਮੇਂ ਸਾਧ ਸੰਗਤ ਜੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਕੀ ਹੈ? ਉਹ ਪਰਮੇਸ਼ਰ ਹੈ। ਜਿਵੇਂ ਇੱਕ ਦੀਵੇ ਤੋਂ ਬੇਅੰਤ ਦੀਵੇ ਜਗ ਜਾਣ, ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸੰਸਾਰ ਹੈ, ਸੰਸਾਰ ਦੇ ਜੀਵ ਹਨ। ਪਰਮੇਸ਼ਰ ਰੂਪੀ ਦੀਵੇ ਤੋਂ ਹੀ ਆਪਾਂ ਸਾਰੇ ਜਿਹੜੀ ਆਪਣੇ ਅੰਦਰ ਜੋਤ ਵਰਤ ਰਹੀ ਹੈ, ਉਹ ਉਸੇ ਇੱਕੋ ਮਹਾਨ ਦੀਪਕ ਤੋਂ ਹੀ ਜਲੀ ਹੋਈ ਹੈ, ਅੱਗੇ ਦੀ ਅੱਗੇ ਜਲੀ ਜਾ ਰਹੀ ਹੈ। ਔਰ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਵਾਸਤੇ ਸਾਨੂੰ ਆਪਦੇ ਦੇਹ ਦੀ ਹੰਗਤਾ ਛੱਡਣੀ ਪੈਂਦੀ ਹੈ। ਜਦੋਂ ਅਸੀਂ ਅਲਪਗ ਪੁਣਾ ਛੱਡ ਦੇਵਾਂਗੇ, ਜੋਤ ਸਾਡੇ ਵਿੱਚ ਤੇ ਉਹੀ ਹੈ ਨਾ ਜੋ ਪਰਮੇਸ਼ਰ ਹੈ। ਪਰਮੇਸ਼ਰ ਹੀ ਸਾਡੇ ਅੰਦਰ ਆਤਮਾ ਦੇ ਰੂਪ ਵਿੱਚ ਵਰਤ ਰਿਹਾ। ਤੋ ਉਹਦੇ ਵਾਸਤੇ ਕੀ ਕਰਨਾ ਚਾਹੀਏ? ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਮਾਰਗ ਬਣਾਇਆ। ਉਹ ਕੀ ਹੈ? ਉਹ ਸਾਧ ਸੰਗਤ ਜੀ ਮਹਾਰਾਜ ਨੇ ਸਤ ਸੰਗਤ ਬਣਾਈ ਹੈ। ਸਾਧ ਸੰਗਤ ਦੇ ਵਿੱਚ ਨਾਮ ਜਪ ਕੇ ਪ੍ਰਾਣੀ ਇਕੱਠੇ ਹੋ ਨਾਮ ਜਪਣ, ਨਾਮ ਸੁਣਨ, ਅੰਮ੍ਰਿਤ ਵੇਲਾ ਸਾਂਭਣ, ਸਾਰਾ ਦਿਨ ਵਾਹਿਗੁਰੂ 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 ਜਪਦਿਆਂ ਹੋਇਆਂ ਤੇ ਇਹਨਾਂ ਜੀਵਾਂ ਦਾ ਕਲਿਆਣ ਹੋ ਸਕੇ, ਤਾਂ ਮਹਾਰਾਜ ਨੇ ਸੰਗਤ ਬਣਾਈ ਹੈ। ਤੋ ਆਪ ਵਧਾਈ ਕੇ ਪਾਤਰ ਹੋ ਜੋ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਰਹੇ ਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਸ਼੍ਰੀ ਸੁਖਮਣੀ ਸਾਹਿਬ, ਸੁੱਖਾਂ ਦੀ ਮਣੀ, ਇਹਦੀ ਸਾਧ ਸੰਗਤ ਦੀ ਪਿੱਛੇ ਆਪਾਂ ਪਹਿਲੀ ਅਸ਼ਟਪਦੀ ਦੇ 2 ਪਦਿਆਂ ਦੀ ਕਥਾ ਸੰਪੂਰਨ ਸੁਣੀ ਹੈ। ਤੀਸਰੇ ਪਦੇ ਦੀ ਕਥਾ ਅੱਜ ਆਰੰਭ ਹੁੰਦੀ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਮ ਨਿਧ। ਤੋ ਇਹ ਪਾਵਨ ਪਵਿੱਤਰ ਬਾਣੀ ਸ਼੍ਰੀ ਸੁਖਮਣੀ ਸਾਹਿਬ ਕੀ, ਇਹ ਇਹੋ ਜਿਹੀ ਬਾਣੀ ਹੈ ਸਾਧ ਸੰਗਤ ਜੀ ਦਾ ਫਲ, ਇਹਨੂੰ ਪੜ੍ਹਨੇ ਦਾ ਫਲ ਇਸੇ ਬਾਣੀ ਵਿੱਚ ਦੱਸਿਆ ਹੋਇਆ। ਗਰੀਬ ਨਵਾਜ ਦੱਸਦੇ ਆ ਨਾਮ ਜਪੇ ਦਾ, ਸੁਖਮਣੀ ਸਾਹਿਬ ਦੀ ਪਾਵਨ ਬਾਣੀ ਪੜ੍ਹੇ ਦਾ ਫਲ ਕੀ ਹੈ? ਪ੍ਰਭ ਕੈ ਸਿਮਰਨ ਰਿੱਧ। ਸਾਧ ਸੰਗਤ ਜੀ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਰਿੱਧੀ ਪ੍ਰਾਪਤ ਹੁੰਦੀ ਹੈ। ਜਿਵੇਂ ਕੋਈ ਕੁਝ ਥੋੜ੍ਹਾ ਜਿਹਾ ਅੰਨ ਪਕਾ ਲਵੇ
ਉਹਨੂੰ ਵਰਤਾਈ ਜਾਵੇ, ਉਹ ਮੁੱਕੇ ਹੀ ਨਾ, ਵੱਧਦਾ ਜਾਵੇ, ਉਹਨੂੰ ਰਿੱਧੀ ਆਖਦੇ ਆ। ਤੇ ਸਾਧ ਸੰਗਤ ਜੀ, ਇੱਕ ਨਿੱਧੀ ਹੈ, ਜਿਵੇਂ ਕੋਈ ਥੋੜ੍ਹੀ ਬਹੁਤ ਮਾਇਆ ਤੋਂ ਹੀ ਬੜੀ ਵੱਡੀ ਲੀਲਾ ਰਚ ਦੇਣੀ। 9 ਨਿੱਧੀਆਂ ਹਨ ਤੇ 18 ਸਿੱਧੀਆਂ। ਜਿਹੜੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਹੈ, ਉਹਨਾਂ ਦੇ ਨਿੱਧੀਆਂ ਸਿੱਧੀਆਂ ਸਦਾ ਅੰਗ ਸੰਗ ਰਹਿੰਦੀਆਂ। ਉਹਨਾਂ ਦੀ ਆਓ ਭਗਤ ਚਰਨਾਂ ਦੀ ਸੇਵਾ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਤਰਸਦੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਜਦੋਂ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਪਾਗ ਲਾਏ ਹੈ, ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੂਸਰਾ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੋ ਸਜ ਬੈਠੇ ਹਨ। ਮਹਾਰਾਜ ਨੇ ਬੇਅੰਤ ਜੀਵਾਂ ਦਾ ਕਲਿਆਣ ਕੀਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਜਦੋਂ ਸੁਣੀ ਸੋਭਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਦਰ ਕਰਦੀ, ਤੇ ਬਾਸਰ ਕੇ ਨਗਰ ਤੋਂ ਚੱਲ ਕੇ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਆਏ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਬੇਨਤੀ ਕੀਤੀ, ਮਹਾਰਾਜ ਜਿਵੇਂ ਤੁਹਾਡੀ ਸੋਭਾ ਸੰਸਾਰ ਵਿੱਚ ਅਸੀਂ ਸੁਣੀ ਸੀ, ਤੁਹਾਡੇ ਦਰਸ਼ਨ ਤਾਂ ਉਸ ਤੋਂ ਵੀ ਦੂਣ ਸਵਾਏ ਹੈ। ਤੇ ਮਹਾਰਾਜ ਦੇ ਦਰ ਘਰ ਜੋਗੇ ਹੀ ਹੋ ਕੇ ਰਹਿ ਗਏ ਬਾਬਾ ਅਮਰਦਾਸ ਜੀ। ਸਾਧ ਸੰਗਤ ਜੀ ਇੰਨੀ ਸੇਵਾ ਕੀਤੀ। ਪਹਿਲਾਂ ਤਾਂ ਲੰਗਰ ਵਿੱਚ ਸੇਵਾ ਕਰਦੇ ਸਨ, ਤੇ ਧੰਨ ਬਾਬਾ ਅਮਰਦਾਸ ਜੀਆਂ ਨੇ ਫਿਰ ਸਿੱਖਾਂ ਨੂੰ ਕਹਿ ਕੇ ਤੇ ਮਹਾਰਾਜ ਦੇ ਇਸ਼ਨਾਨ ਕਰਾਉਣ ਵਾਸਤੇ ਗਾਗਰ ਦੀ ਸੇਵਾ ਲੈ ਲਈ ਸੀ ਵੀ ਇਹ ਗੁਰਸਿੱਖੋ ਸਾਨੂੰ ਮਹਾਰਾਜ ਦੇ ਇਸ਼ਨਾਨ ਵਾਸਤੇ ਬਿਆਸ ਦਰਿਆ ਤੋਂ ਜਿਹੜਾ ਜਲ ਆਉਂਦਾ ਗਾਗਰ ਅੰਮ੍ਰਿਤ ਵੇਲੇ, ਉਹ ਸੇਵਾ ਸਾਨੂੰ ਦਿਓ। ਬਾਬਾ ਅਮਰਦਾਸ ਜੀ ਘੜਾ ਜਾਂ ਗਾਗਰ ਚੁੱਕ ਕੇ ਖਾਲਸਾ ਜੀ ਤੜਕੇ ਹੀ, ਕਿਉਂਕਿ ਗੁਰੂ ਅੰਗਦ ਪਾਤਸ਼ਾਹ ਜੀ ਇੱਕ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਵਾਸਤੇ ਤਿਆਰ ਬਰ ਤਿਆਰ ਹੋ ਜਾਂਦੇ, ਉੱਠ ਖੜ੍ਹਦੇ ਸਨ 3 ਵਜੇ ਤੋਂ ਪਹਿਲਾਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਗੁਰੂ ਅੰਗਦ ਪਾਤਸ਼ਾਹ ਜੀਆਂ ਦੇ ਇਸ਼ਨਾਨ ਵਾਸਤੇ 3 ਵਜੇ ਤੀਕਰ ਜਲ ਲੈ ਆਉਂਦੇ ਸੀ ਬਿਆਸ ਦਰਿਆ ਤੋਂ। ਚਾਹੇ ਗਰਮੀ ਦੇ ਦਿਨ ਹੋਣ ਤੇ ਚਾਹੇ ਸਾਧ ਸੰਗਤ ਜੀ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਹੋਣ। 12 ਸਾਲ ਬਾਬਾ ਅਮਰਦਾਸ ਜੀਆਂ ਗਾਗਰ ਢੋਈ, ਇੱਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਔਰ ਮਹਾਰਾਜ ਦੀ ਸੇਵਾ, ਜਲ ਦੀ ਸੇਵਾ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਪਾਣੀ ਨਾਲ ਹੱਥਾਂ ਦਾ ਮਾਸ ਝੜਨਾ ਸ਼ੁਰੂ ਹੋ ਗਿਆ ਸੀ। ਪੈਰਾਂ ਦੀਆਂ ਅੱਡੀਆਂ ਵਿਆਈਆਂ ਪਾਟ ਪਾਟ ਕੇ ਖੂਨ ਰਿਸਦਾ ਸੀ। ਹੱਥਾਂ 'ਚੋਂ ਪਾਣੀ ਨਾਲ ਮਾਸ ਝੜਨ ਲੱਗਿਆ। ਸੇਵਾ ਕਰ ਕਰਕੇ ਖਾਲਸਾ ਜੀ ਇੰਨੀ ਸਿੱਧੀ ਪ੍ਰਾਪਤ ਹੋਈ। ਜਦੋਂ ਮਹਾਰਾਜ ਦੇ ਕਹੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਗੋਇੰਦਵਾਲ ਦਾ ਨਗਰ ਵਸਾਇਆ। ਗੋਇੰਦਵਾਲ ਸਾਹਿਬ ਸੇਵਾ ਕਰਾਉਣ ਵਾਸਤੇ ਜਦੋਂ ਬਾਬਾ ਅਮਰਦਾਸ ਜੀ ਸਾਧ ਸੰਗਤ ਜੀ ਖਡੂਰ ਸਾਹਿਬ ਤੋਂ ਚੱਲੇ ਆ ਨਾ ਗੋਇੰਦਵਾਲ ਸਾਹਿਬ ਨੂੰ, ਤੇ ਬਾਬਾ ਅਮਰਦਾਸ ਜੀ ਪਿਛਲ ਪੈਰੀਂ ਤੁਰਿਆ ਕਰਦੇ ਸਨ ਵੀ ਕਿਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਵੱਲ ਸਾਡੀ ਪਿੱਠ ਨਾ ਹੋ ਜਾਵੇ। 4 ਕੋਹ ਦਾ ਪੈਂਡਾ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, 3 ਕੋਹ ਤੀਕਰ ਉੱਥੇ ਦਮਦਮਾ ਸਾਹਿਬ ਦਾ ਹੁਣ ਵੀ ਸਥਾਨ ਹੈ। 3 ਕੋਹ ਤੀਕਰ ਸੱਚੇ ਪਾਤਸ਼ਾਹ ਜੀ ਪਿਛਲੇ ਪੈਰੀਂ ਤੁਰ ਕੇ ਜਾਂਦੇ। ਤੇ ਕਹਿੰਦੇ ਇੱਕ ਦਿਨ ਜਦੋਂ ਮਹਾਰਾਜ ਗੁਰੂ ਅਮਰ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜਾ ਰਹੇ ਸਨ, ਪਿਛਲੇ ਪੈਰੀਂ ਤੁਰਦਿਆਂ ਉੱਥੇ ਕਹਿੰਦੇ ਕੋਈ ਹੱਡੀ ਪਈ ਸੀ ਕਿਸੇ ਮਨੁੱਖ ਦੀ। ਉਹ ਪ੍ਰਾਣੀ ਦੀ ਹੱਡੀ ਧੰਨ ਬਾਬਾ ਅਮਰਦਾਸ ਜੀ ਮਹਾਰਾਜ ਦੇ ਪੈਰ ਨੂੰ ਛੋਹ ਗਈ। ਤੇ ਪੈਰ ਨੂੰ ਉਹ ਹੱਡੀ ਛੋਹਣ ਦੀ ਦੇਰ ਹੀ ਸੀਗੀ, ਜਿਹੜਾ ਕੋਈ ਪ੍ਰਾਣੀ ਅਧੋਗਤੀ ਨੂੰ ਪ੍ਰਾਪਤ ਹੋਇਆ ਸੀ
ਖੌਰੇ ਉਹਦੀ ਕਿਵੇਂ ਮੌਤ ਹੋਈ ਜਿਹੜੀ ਉਹਦੇ ਹੱਡ ਰੁਲਦੇ ਫਿਰਦੇ ਸੀ। ਤੇ ਕਿੱਡਾ ਪਾਪੀ ਪਾਮਰ ਪੁਰਸ਼ ਕਹਿੰਦੇ ਉਸੇ ਵੇਲੇ ਹੀ ਪਰਮੇਸ਼ਰ ਨੇ ਨਰਕਾਂ ਚੋਂ ਕੱਢ ਕੇ ਪਹਿਲਾਂ ਸ਼੍ਰੀ ਅਮਰਦਾਸ ਜੀ ਮਹਾਰਾਜ ਦੇ ਜਿੱਥੇ ਅੱਡੀ ਲੱਗੀ ਸੀ ਉਹਦੀ ਹੱਡੀ ਨੂੰ ਉੱਥੇ ਸਰੀਰ ਧਾਰ ਕੇ ਆਇਆ, ਔਰ ਫਿਰ ਮਹਾਰਾਜ ਨੂੰ ਮੱਥਾ ਟੇਕਿਆ ਤੇ ਤੁਰੰਤ ਹੀ ਸੱਚਖੰਡ ਨੂੰ ਚਲਾ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਸੇਵਾ ਕਰ ਕਰਕੇ ਸਾਧ ਸੰਗਤ ਦੀ ਕਰਾਮਾਤ ਅਜਮਤਾਂ ਰਿੱਧੀਆਂ ਸਿੱਧੀਆਂ ਨਿਧੀਆਂ ਦਾ ਸਰੂਪ ਬਣ ਚੁੱਕੇ ਸੀ। ਤੇ ਮਹਾਰਾਜ ਦਾ ਚਰਨ ਛੂਹਣ ਦੇ ਨਾਲ ਇੱਕ ਮੁਰਦੇ ਦੀ ਹੱਡੀ, ਤੇ ਉਹ ਪ੍ਰਾਣੀ ਉਹ ਜੀਵ ਨਰਕਾਂ ਵਿੱਚ ਸੀ ਤੇ ਪਰਮੇਸ਼ਰ ਨੇ ਤੁਰੰਤ ਹੀ ਕੱਢ ਕੇ ਸਵਰਗਾਂ ਵਿੱਚ ਪਾਇਆ, ਸੱਚਖੰਡ ਪ੍ਰਾਪਤ ਹੋਇਆ। ਮਹਾਰਾਜ ਦੇ ਚਰਨ ਧੂੜੀ ਵਿੱਚ ਵੀ ਕਰਾਮਾਤ ਹੈ। ਉਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਆ ਕਿ ਭਾਈ ਜਿਹੜੇ ਪ੍ਰਭੂ ਦਾ ਸਿਮਰਨ ਕੋਈ ਕਰਨ ਵਾਲਾ ਹੈ, ਉਹਨਾਂ ਨੂੰ ਜਿੰਨੀਆਂ ਰਿੱਧੀਆਂ ਸਿੱਧੀਆਂ ਤੇ 9 ਨਿਧੀਆਂ ਹਨ, 18 ਸਿੱਧੀਆਂ ਅਤੇ ਰਿੱਧੀਆਂ, ਇਹ ਸਾਰੀਆਂ ਪ੍ਰਾਪਤ ਹੁੰਦੀਆਂ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਔਰ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਉਹਨਾਂ ਦੀ ਜਿਹੜੀ ਸੁਰਤੀ ਹੈ ਸਾਧ ਸੰਗਤ ਜੀ, ਉਹ ਨਿਰਗੁਣ ਸਰੂਪ ਦਾ ਗਿਆਨ। ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਨਿਰਗੁਣ ਸਰੂਪ ਦਾ ਗਿਆਨ ਹੁੰਦਾ ਹੈ, ਔਰ ਸਰਗੁਣ ਸਰੂਪ ਵਿੱਚ ਧਿਆਨ ਲਾਉਂਦੇ ਆ। ਨਿਰਗੁਣ ਤੇ ਸਰਗੁਣ ਦੋ ਪਰਮੇਸ਼ਰ ਦੇ ਸਰੂਪ ਹਨ। ਧਿਆਨ ਹਮੇਸ਼ਾ ਸਰਗੁਣ ਸਰੂਪ ਦਾ ਲਾਇਆ ਜਾਂਦਾ, ਨਿਰਗੁਣ ਦਾ ਨਹੀਂ, ਕਿਉਂਕਿ ਜਿਹਦਾ ਕੋਈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ, ਉਹਦਾ ਸਾਧ ਸੰਗਤ ਦੀ ਕੀ ਕੋਈ ਧਿਆਨ ਲਾਵੇਗਾ? ਨਹੀਂ ਲਾ ਸਕਦੇ। ਜਿਹਦਾ ਕੋਈ ਰੂਪ ਰੇਖ ਨਹੀਂ, ਉਹਦਾ ਕੇਵਲ ਗਿਆਨ ਹੈ। ਤੇ ਧਿਆਨ ਕਿਹਦਾ ਲੱਗਦਾ? ਸਰਗੁਣ ਸਰੂਪ ਦਾ। ਜੇ ਕੋਈ ਧਿਆਨ ਲਾਉਣ ਵਾਲਾ ਅਭਿਆਸੀ ਹੋਵੇ, ਉਹ ਧਿਆਨ ਲਾਵੇਗਾ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 10 ਪਾਤਸ਼ਾਹੀਆਂ ਵਿੱਚੋਂ ਕਿਸੇ ਵੀ ਸਰੂਪ ਦਾ ਧਿਆਨ ਧਰੇਗਾ। ਨਿਰਗੁਣ ਦਾ ਗਿਆਨ ਰੱਖਿਆ ਜਾਂਦਾ ਹੈ, ਸਰਗੁਣ ਵਿੱਚ ਧਿਆਨ ਰੱਖਿਆ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕਰਨ ਵਾਲੇ ਸਾਧ ਸੰਗਤ ਜੀ ਨਿਰਗੁਣ ਵਿੱਚ ਗਿਆਨ ਲਾਉਣਾ ਜਾਣਦੇ ਜਾਂ ਨਿਰਗੁਣ ਦਾ ਗਿਆਨ ਪ੍ਰਾਪਤ ਹੁੰਦਾ, ਉਹਨਾਂ ਨੂੰ ਸਰਗੁਣ ਦਾ ਧਿਆਨ ਵੀ ਪ੍ਰਾਪਤ ਹੁੰਦਾ ਹੈ। ਤੇ ਤਤ ਬੁੱਧ, ਤਤ ਬੇਤਿਆਂ ਵਾਲੀ ਬੁੱਧ ਹੁੰਦੀ ਹੈ। ਤਤ ਸਿਧਾਂਤ ਨੂੰ, ਸਵੈ ਸਰੂਪ ਨੂੰ ਜਾਣਨ ਵਾਲੀ ਬੁੱਧੀ ਉਹਨਾਂ ਦੇ ਵਿੱਚ ਹੁੰਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਸਮੇਂ ਸਾਧ ਸੰਗਤ ਭਾਈ ਗੋਂਦਾ ਨਾਮੇ ਸਿੱਖ ਹੋਇਆ ਕਾਬਲ ਦੇ ਵਿੱਚ। ਇਹ ਰੋਜ਼ ਹੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਹੁਣ ਪਰਮੇਸ਼ਰ ਦਾ ਸਰਗੁਣ ਸਰੂਪ ਹਨ। ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ। ਸਤਿਗੁਰੂ ਹਰਿ ਰਾਏ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ ਹੈ ਭਾਈ ਗੋਂਦਾ ਜੀ। ਤੜਕੇ ਉੱਠਦਾ ਹੈ, ਇਸ਼ਨਾਨ ਪਾਣੀ ਕਰਦਾ ਹੈ ਤੇ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ। ਤੇ ਇੱਕ ਦਿਨ ਭਾਈ ਗੋਂਦਾ ਜੀਆਂ ਸਾਧ ਸੰਗਤ ਦੀ ਐਸੀ ਸਮਾਧੀ ਲਾਈ, ਚੇਤਾ ਹੀ ਭੁੱਲ ਗਿਆ, ਸਮਾਧੀ ਤੋਂ ਉਥਾਨ ਹੀ ਨਾ ਹੋਏ। ਤੇ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਘਰ ਵਿੱਚ ਕਾਬਲ ਵਿੱਚ ਬੈਠੇ ਹੋਏ ਹੈ। ਇਧਰ ਸਾਧ ਸੰਗਤ ਜੀ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਕੀਰਤਪੁਰ ਸਾਹਿਬ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਪਾਸ। ਰਾਗੀ ਸਿੰਘਾਂ ਨੇ ਕੀਰਤਨ ਵੀ ਕਰ ਦਿੱਤਾ, ਦੀਵਾਨ ਸਜ ਵੀ ਗਿਆ, ਤੇ ਗੁਰੂ ਹਰਿ ਰਾਏ ਜੀ ਮਹਾਰਾਜ ਸਿੰਘਾਸਣ ਤੋਂ ਉੱਠੇ ਹੀ ਨਾ। ਸਿੱਖ ਵੇਖ ਕੇ ਬਹੁਤ ਹੈਰਾਨ। ਲਾਂਗਰੀ ਸਿੰਘ ਨੇ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਤਿਆਰ ਹੈ, ਆਪ ਆਓ ਭੋਗ ਲਾਓ। ਤੇ ਗੁਰੂ ਗਰੀਬ ਨਵਾਜ ਧੰਨ ਗੁਰੂ ਹਰਿ ਰਾਏ ਜੀ ਮਹਾਰਾਜ ਇੱਕ ਰਾਸ ਸਿੰਘਾਸਣ ਤੇ ਬੈਠੇ ਹੋਏ ਆ। ਕਹਿੰਦੇ 2 ਪਹਿਰ ਜਿਵੇਂ 12 ਵਜੇ ਦੇ ਕਰੀਬ ਦੁਪਹਿਰਾ ਚੜ੍ਹ ਆਇਆ। ਸਾਰੀਆਂ ਸੰਗਤਾਂ ਦਰਸ਼ਨ ਕਰ ਕਰਕੇ ਮੁੜੀ ਜਾਂਦੀਆਂ ਤੇ ਧੰਨ ਗੁਰੂ ਹਰਿ ਰਾਏ ਜੀ ਮਹਾਰਾਜ ਸਿੰਘਾਸਣ ਹੀ ਨਹੀਂ ਛੱਡ ਰਹੇ, ਉਸੇ ਤਰ੍ਹਾਂ ਹੀ ਬੈਠੇ ਹੋਏ। ਫਿਰ ਕਿਤੇ ਭਾਈ ਗੋਂਦਾ ਜੀ ਦੀ ਇੱਧਰ ਕਾਬਲ 'ਚ ਸਮਾਧੀ ਖੁੱਲੀ
ਤੇ ਭਾਈ ਗੋਂਦਾ ਜੀ ਉਥੋਂ ਸਮਾਧੀ ਖੋਲੀ, ਜਿਨ੍ਹਾਂ ਨੇ ਗੁਰੂ ਹਰ ਰਾਏ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਸੀ। ਉਧਰ ਉਹਨਾਂ ਸਮਾਧੀ ਖੋਲੀ ਤੇ ਇੱਧਰ ਗੁਰੂ ਹਰ ਰਾਏ ਜੀ ਮਹਾਰਾਜ ਸਿੰਘਾਸਣ ਤੋਂ ਖੜੇ ਹੋਏ, ਜਲ ਪਾਣੀ ਪ੍ਰਸ਼ਾਦਾ ਛਕਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅੱਗੇ ਤਾਂ ਆਪ ਲੰਗਰ ਸਮੇਂ ਲੰਗਰ ਵਿੱਚ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਦੇ ਹੋ, ਅੱਜ ਅਸੀਂ ਤੁਹਾਨੂੰ ਪ੍ਰਸ਼ਾਦੇ ਦੀ ਬੇਨਤੀ ਵੀ ਕੀਤੀ, ਤੁਸੀਂ ਉੱਠੇ ਹੀ ਨਹੀਂ। ਅੱਗੇ ਮਹਾਰਾਜ ਪਹਿਲੇ ਪਹਿਰ ਤੋਂ ਬਾਅਦ ਆਪ ਜੀ ਇੱਕ ਵਾਰੀ ਦਰਬਾਰ ਵਿੱਚੋਂ ਉੱਠ ਕਰਕੇ, ਪੰਡਾਲ ਵਿੱਚੋਂ ਉੱਠ ਕਰਕੇ ਲੰਗਰ ਛਕਦੇ ਹੋ, ਤੇ ਅੱਜ ਮਹਾਰਾਜ 2 ਪਹਿਰ ਲੰਘ ਚੁੱਕੇ, ਆਪ ਜੀ ਉੱਠੇ ਹੀ ਨਹੀਂ, ਕੀ ਕਾਰਨ ਹੈ? ਗੁਰੂ ਹਰ ਰਾਏ ਜੀ ਮਹਾਰਾਜ ਕਹਿੰਦੇ, ਸਾਧ ਸੰਗਤ ਜੀ, ਕਾਰਨ ਇਹ ਹੈ ਵੀ ਕਾਬਲ ਦੇ ਵਿੱਚ ਸਾਡਾ ਇੱਕ ਸਿੱਖ ਭਾਈ ਗੋਂਦਾ, ਉਹ ਸਾਡੇ ਚਰਨਾਂ ਦਾ ਧਿਆਨ ਧਰ ਕੇ ਬਹਿ ਗਿਆ, ਔਰ ਉਹਦੀ ਸਮਾਧੀ ਲੱਗ ਗਈ। ਸਮਾਧੀ ਹੁਣ ਖੁੱਲੀ ਹੈ ਤੇ ਅਸੀਂ ਕਿਵੇਂ ਆਪਦੇ ਚਰਨ ਡੋਲ ਲੈਂਦੇ, ਚਰਨ ਹਿਲਾਉਂਦੇ? ਅਸੀਂ ਇਸ ਕਰਕੇ ਭਾਈ ਗੋਂਦਾ ਜੀ ਸਾਡੇ ਚਰਨਾਂ ਦਾ ਧਿਆਨ ਧਰੀ ਬੈਠੇ ਸੀ ਤੇ ਅਸੀਂ ਚਰਨ ਨਹੀਂ ਹਿੱਲਣ ਦਿੱਤੇ, ਅਡੋਲ ਬੈਠੇ ਰਹਿ ਵੀ ਕਿਤੇ ਸਾਡੇ ਸਿੱਖ ਦੀ ਸਮਾਧੀ ਨਾ ਖੁੱਲ ਜਾਵੇ। ਸਿੱਖਾਂ ਨੇ ਸਾਧ ਸੰਗਤ ਜੀ ਗੱਲ ਯਾਦ ਰੱਖੀ, ਦਿਨ ਵੀ ਯਾਦ ਰੱਖਿਆ। ਜਦੋਂ ਭਾਈ ਗੋਂਦਾ ਜੀ ਗੁਰੂ ਹਰ ਰਾਏ ਮਹਾਰਾਜ ਦੇ ਦਰਸ਼ਨ ਕਰਨ ਪੰਜਾਬ ਆਏ ਕਾਬਲ ਚੋਂ, ਤੇ ਉਦੋਂ ਸਿੱਖਾਂ ਨੇ ਪੁੱਛਿਆ ਭਾਈ ਗੋਂਦਾ ਜੀ ਦੇ ਨਾਲ ਦੇ ਸਿੱਖਾਂ ਨੂੰ ਕਿ ਕਦੇ ਐਂ ਹੋਇਆ ਵੀ ਭਾਈ ਗੋਂਦਾ ਜੀ ਬੈਠੇ ਹੋਣ ਤੇ ਇਹਨਾਂ ਦੀ ਸਮਾਧੀ ਲੱਗ ਗਈ ਹੋਵੇ ਤੇ ਖੁੱਲੀ ਨਾ ਹੋਵੇ 2 ਪਹਿਰਾਂ ਤੱਕ? ਉਹ ਸਿੱਖ ਕਹਿੰਦੇ, ਹਾਂ ਇੱਕ ਵਾਰੀ ਐਂ ਹੋਇਆ, ਭਾਈ ਗੋਂਦਾ ਜੀ ਸਮਾਧੀ ਲਾ ਲਈ ਤੇ ਮੁੜ ਕੇ ਸਮਾਧੀ ਖੁੱਲੀ ਨਾ, ਤਕਰੀਬਨ 2 ਪਹਿਰ ਤੀਕਰ ਹੀ ਸਮਾਧੀ ਵਿੱਚ ਲੀਨ ਰਹੇ। ਤੇ ਇਹਨਾਂ ਸਿੱਖਾਂ ਨੂੰ ਫਿਰ ਭਰੋਸਾ ਹੋਇਆ ਕਿ ਸੱਚਮੁੱਚ ਹੀ ਮਹਾਰਾਜ ਦੇ ਚਰਨ ਜਿਹੜੇ ਆ, ਉਹਨਾਂ ਦਾ ਧਿਆਨ ਭਾਈ ਗੋਂਦਾ ਜੀਆਂ ਧਰਿਆ ਸੀ, ਤੇ ਮਹਾਰਾਜ ਭਾਈ ਗੋਂਦਾ ਜੀ ਕਾਬਲ 'ਚ ਬੈਠੇ ਆ ਤੇ ਗੁਰੂ ਹਰ ਰਾਏ ਮਹਾਰਾਜ ਜੀ ਪੰਜਾਬ 'ਚ ਬੈਠੇ ਆ। ਗੋਂਦਾ ਜੀ ਨੇ ਉੱਥੇ ਸਮਾਧੀ ਲਾਈ ਤੇ ਮਹਾਰਾਜ ਵੇਖੋ ਇੱਥੇ ਦਰਬਾਰ ਵਿੱਚ ਸਿੰਘਾਸਣ ਤੇ ਬੈਠੇ ਨਹੀਂ ਉੱਠ ਰਹੇ ਵੀ ਕਿਤੇ ਸਿੱਖ ਦੀ ਸਮਾਧੀ ਨਾ ਖੁੱਲ ਜਾਵੇ। ਇਹਨੂੰ ਸਾਧ ਸੰਗਤ ਜੀ ਸਰਗੁਣ ਸਰੂਪ ਦਾ ਧਿਆਨ ਕਹਿੰਦੇ ਆ। ਤੋ ਸਰਗੁਣ ਸਰੂਪ ਦਾ ਧਿਆਨ, ਨਿਰਗੁਣ ਸਰੂਪ ਦਾ ਗਿਆਨ ਤੇ ਤਤ ਬੇਤਿਆਂ ਵਾਲੀ, ਤਤ ਸਿਧਾਂਤ ਨੂੰ ਜਾਣਨ ਵਾਲੀ ਜਿਹੜੀ ਬੁੱਧੀ ਹੈ, ਉਹ ਸਿਮਰਨ ਕਰਨ ਦੇ ਨਾਲ ਪੈਦਾ ਹੋ ਆਉਂਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਔਰ ਪ੍ਰਭੂ ਦਾ ਸਿਮਰਨ ਜੋ ਹੈ, ਜਾਪ ਹੈ, ਪਰਮੇਸ਼ਰ ਨੂੰ ਸਿਮਰਨ ਕਹੀਏ ਖਾਲਸਾ ਦੀ ਯਾਦ ਕਰਨ ਨੂੰ ਸਿਮਰਨ ਆਖਦੇ ਆ। ਪ੍ਰਭੂ ਦੇ ਸਿਮਰਨ ਦੇ ਨਾਲ ਕੀ ਪ੍ਰਾਪਤ ਹੁੰਦਾ? ਜਿੰਨਾ ਸਾਧ ਸੰਗਤ ਜਪਾਂ ਦਾ, ਤਪਾਂ ਦਾ, ਪੂਜਾ ਦਾ ਫਲ ਹੈ, ਉਹਨਾਂ ਵਾਹਿਗੁਰੂ 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 ਕੀਤੇ ਦਾ ਫਲ ਹੈ। ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਮਹਾਰਾਜ ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ ਕਿਹਨੂੰ ਹੈ? ਬਾਣੀ ਸੁਣਨ ਵਾਲੇ ਨੂੰ ਤੇ ਬਾਣੀ ਗਾਉਣ ਵਾਲੇ ਨੂੰ। ਜਾਪ ਤਪ ਤੇ ਪੂਜਾ, ਇਹਨਾਂ ਸਾਰਿਆਂ ਤੋਂ ਵਧੇਕ ਫਲ ਜਿਹੜਾ ਹੈ ਉਹ ਪਰਮੇਸ਼ਰ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਤੇ ਪ੍ਰਭੂ ਦੇ ਸਿਮਰਨ ਦੇ ਨਾਲ ਗਰੀਬ ਨਵਾਜ ਕਹਿੰਦੇ ਦੂਜਾ ਬਿਨਸ ਜਾਂਦਾ, ਦੁਤੀ ਭਾ ਨਹੀਂ ਰਹਿੰਦਾ। ਸਾਡੇ ਅੰਦਰ ਸਾਧ ਸੰਗਤ ਦੁਤੀ ਭਾ ਦੁਬਦਾ ਬਣੀ ਹੋਈ ਰਹਿੰਦੀ ਹੈ। ਵੱਡੀ ਦੁਬਦਾ ਤੇ ਇਹਦੇ ਵਿੱਚ ਬਣੀ ਹੋਈ ਆ ਵੀ ਖਰੇ ਅਸੀਂ ਸਰੀਰ ਹਾਂ ਕਿ ਆਤਮਾ। ਅਸੀਂ ਸਰੀਰ ਨੂੰ ਆਪ ਦਾ ਜਾਣੀ ਬੈਠੇ ਹਾਂ, ਪਰ ਜੇ 100 ਵਰਿਆ ਜੀਵਣਾ ਭੀ ਤਨ ਹੋ ਸੀਖੇ। ਸਰੀਰ ਤਾਂ ਅੰਤਲੇ ਸਮੇਂ ਨਾਲ ਰਹਿੰਦਾ ਨਹੀਂ। ਆਪਾਂ ਸਵੈਕ ਗੱਲ ਕਰਦੇ ਹਾਂ ਕਿ ਫਲਾਣਾ ਪ੍ਰਾਣੀ ਚੜ੍ਹਾਈ ਕਰ ਗਿਆ, ਜੇ ਉਹ ਚਲਾ ਗਿਆ ਇੱਥੋਂ ਸੰਸਾਰ ਤੋਂ ਤੇ ਸਰੀਰ ਤਾਂ ਉਹਦਾ ਇੱਥੇ ਹੀ ਆ, ਪਿੱਛੋਂ ਸੰਗਤ ਨੇ ਸੰਸਕਾਰਿਆ, ਫਿਰ ਕੌਣ ਗਿਆ? ਕੌਣ ਮੁਆਰੇ, ਕੌਣ ਮੂਆ, ਕੌਣ ਮਰਿਆ? ਉਹ ਸਾਧ ਸੰਗਤ ਨਹੀਂ ਮਰਿਆ ਕੋਈ ਨਹੀਂ, ਸਰੀਰ ਇੱਥੋਂ ਹੀ ਪੈਦਾ ਹੋਇਆ, ਇੱਥੇ ਹੀ ਨਾਸ਼ ਹੋਇਆ। ਤੇ ਮਰਨ ਹਾਰ ਇਹੋ ਜੀਵੜਾ ਨਹੀਂ। ਜਿਹੜਾ ਆਤਮ ਦੇਵ ਹੈ ਉਹ ਮਰਨ ਵਾਲਾ ਨਹੀਂ, ਉਹ ਤਾਂ ਸਦਾ ਨਿਰੰਤਰ ਹੈ। ਇੱਕ ਸਰੀਰ ਛੱਡ ਕੇ ਦੂਜਾ ਸਰੀਰ ਧਾਰ ਲੈਂਦਾ। ਤਾਂ ਗੁਰੂ ਗਰੀਬ ਨਵਾਜ ਕਹਿੰਦੇ ਦੁਤੀ ਭਾਵ ਬਿਨਸ ਜਾਂਦਾ ਹੈ ਸਿਮਰਨ ਦੇ ਨਾਲ। ਇਹਨੂੰ ਦੁਬਿਧਾ ਕਹਿੰਦੇ ਆ। ਦੁਤੀ ਭਾਵ ਪਰਮੇਸ਼ਰ ਵਿੱਚ ਤੇ ਸੰਸਾਰ ਵਿੱਚ ਪਿਆ ਹੋਇਆ।
ਅਸੀਂ ਬਾਣੀ ਪੜ੍ਹਨੀ ਤਾਂ ਚਾਹੁੰਦੇ ਹਾਂ, ਪਰ ਕੀ ਕਰੀਏ, ਸੰਸਾਰ ਸਾਡਾ ਖਹਿੜਾ ਹੀ ਨਹੀਂ ਛੱਡਦਾ। ਜੇ ਸੰਸਾਰ ਵੱਲ ਤੁਰਦੇ ਹਾਂ ਤੇ ਸਾਧ ਸੰਗਤ ਜੀ ਦੁੱਖ ਬਹੁਤ ਮਿਲਦਾ। ਸੁੱਖ ਤਾਂ ਪਰਮੇਸ਼ਰ ਵਿੱਚੋਂ ਮਿਲਦਾ ਹੈ, ਪਰ ਸੰਸਾਰ ਖਹਿੜਾ ਨਹੀਂ ਛੱਡਦਾ। ਸ਼ਾਸਤਰਾਂ ਦੇ ਵਿੱਚ ਸਾਧ ਸੰਗਤ ਜੀ ਸਮਝਾਉਣ ਵਾਸਤੇ ਕੁਝ ਪ੍ਰਮਾਣ ਦਿੱਤੇ ਆ। ਕਹਿੰਦੇ ਆ ਵੀ ਕੋਈ ਸੱਪ ਸੀ ਤੇ ਉਹਨੇ ਚਚੂੰਦਰ ਹੁੰਦੀ ਜਿਹੜੀ ਚੂਹੇ ਵਰਗੀ ਹੁੰਦੀ ਹੈ ਉਹ ਪਕੜ ਲਈ, ਤੇ ਸੱਪ ਨੇ ਮੂੰਹ 'ਚ ਪਾ ਤਾਂ ਲਈ ਚਕੁੰਦਰ। ਹੁਣ ਉਹ ਸੱਪ ਇਉਂ ਫਸਿਆ ਹੋਇਆ, ਜੇ ਤਾਂ ਛੱਡਦਾ ਤੇ ਚਕੁੰਦਰ ਸਾਧ ਸੰਗਤ ਜੀ ਸੱਪ ਦੀਆਂ ਅੱਖਾਂ ਖਾਂਦੀ ਹੈ, ਉਹ ਇਹਦੀਆਂ ਅੱਖਾਂ ਖਾ ਜਾਵੇਗੀ। ਤੇ ਜੇ ਉਹਨੂੰ ਖਾਂਦਾ ਤੇ ਸੱਪ ਕੋਹੜੀ ਹੁੰਦਾ, ਮਰ ਜਾਵੇਗਾ ਉਹਦੇ ਜ਼ਹਿਰ ਦੇ ਨਾਲ। ਹੁਣ ਸੱਪ ਫਸ ਜਾਂਦਾ ਵੀ ਜੇ ਤਾਂ ਛੱਡਦਾ ਉਹ ਅੱਖਾਂ ਖਾ ਜਾਵੇਗੀ, ਜੇ ਖਾਂਦਾ ਹੈ ਤੇ ਉਹ ਚਚੁੰਦਰ ਸਾਧ ਸੰਗਤ ਜੀ ਦੇ ਪੇਟ ਵਿੱਚ ਜਾ ਕੇ ਇਹਨੂੰ ਬਿਮਾਰ ਕਰ ਦਿੰਦੀ, ਮਾਰ ਦਿੰਦੀ, ਮਰ ਜਾਂਦਾ ਉਹ ਕੋਹੜ ਦੇ ਨਾਲ। ਸੱਪ ਕੀ ਕਰੇ? ਇਸੇ ਤਰ੍ਹਾਂ ਸਾਧ ਸੰਗਤ ਜੀ ਜੀਵਾਂ ਦੀ ਹਾਲਤ ਹੈ। ਸੰਸਾਰ ਸਾਧ ਸੰਗਤ ਜੀ ਜਗਤ ਸਾਚਾ ਮਿਥਿਆ ਕਿਦੋ, ਗਹਿਓ ਤਜਿਓ ਨਹੀਂ ਜਾਤ। ਕਹਿੰਦੇ ਸੰਸਾਰ ਝੂਠਾ ਕਿ ਸੱਚਾ ਇਹ ਤਾਂ ਪਤਾ ਨਹੀਂ। ਸੱਚਾ ਹੋਵੇ ਝੂਠਾ ਹੋਵੇ, ਪਰ ਜਿਹੜਾ ਸੰਸਾਰ ਨੂੰ ਇੱਕ ਵਾਰੀ ਗ੍ਰਹਿਣ ਕਰ ਲੈਂਦਾ ਮੁੜ ਕੇ ਛੱਡਣ ਨੂੰ ਜੀ ਨਹੀਂ ਜੀ ਕਰਦਾ ਕਿਸੇ ਦਾ ਵੀ। ਜਦੋਂ ਆਪਾਂ ਜੰਮੇ ਨਹੀਂ ਸੀ, ਮਾਂ ਦੇ ਪੇਟ ਵਿੱਚ ਵੀ ਨਹੀਂ ਸੀ ਸਾਧ ਸੰਗਤ ਜੀ, ਉਦੋਂ ਵੀ ਸੰਸਾਰ ਚੱਲਦਾ ਸੀ, ਉਦੋਂ ਵੀ ਸਾਡੇ ਕੰਮ ਹੁੰਦੇ ਸੀ। ਤੇ ਹੁਣ ਸਾਧ ਸੰਗਤ ਜੀ ਅਸੀਂ ਕਾਰੋਬਾਰ ਐਸਾ ਸਾਂਭਿਆ, ਹੁਣ ਕੋਈ ਛੱਡ ਕੇ ਵੇਖੇ ਨਹੀਂ ਛੱਡ ਸਕਦਾ। ਸੰਸਾਰ ਨੂੰ ਪਕੜਨਾ ਸੌਖਾ ਹੈ, ਪਰ ਛੱਡਣਾ ਬੜਾ ਔਖਾ ਹੈ। ਕਹਿੰਦੇ ਇੱਕ ਵਾਰੀ ਕੋਈ ਪ੍ਰਾਣੀ ਨਦੀ ਦੇ ਕਿਨਾਰੇ ਤੇ ਤੁਰਿਆ ਜਾਂਦਾ ਹੈ। ਤੁਰਦਿਆਂ ਤੁਰਦਿਆਂ ਉਹ ਕੀ ਵੇਖਦਾ ਹੈ, ਆ ਬਾੜ ਆਉਂਦੀ ਹੈ, ਹੜ੍ਹ ਆਉਂਦੇ ਨਦੀ ਵਿੱਚ। ਉਹ ਦੋ ਜਣੇ ਤੁਰੇ ਜਾਂਦੇ ਆ, ਠੰਡ ਦਾ ਸਮਾਂ ਸੀ। ਉਹ ਨਦੀ ਵਿੱਚ ਵੇਖਦਾ ਵੀ ਕਾਲਾ ਸ਼ਾਹ ਕੰਬਲ ਰੁੜਿਆ ਜਾਂਦਾ ਹੈ। ਬਹੁਤ ਖੁਸ਼ ਹੋਇਆ, ਕਹਿੰਦੇ ਠੰਡ ਹੈ, ਕੰਬਲ ਮਿਲ ਗਿਆ। ਉਹ ਨਦੀ ਵਿੱਚ ਜਿਹੜਾ ਕੰਬਲ ਰੁੜਿਆ ਜਾਂਦਾ, ਜਿਹਨੇ ਵੇਖਿਆ ਉਹਨੇ ਮਾਰੀ ਛਾਲ ਤੇ ਨਦੀ ਵਿੱਚ ਠਿੱਲ ਪਿਆ ਤੇ ਜਾ ਕੰਬਲ ਨੂੰ ਜੱਫਾ ਪਾਇਆ। ਜਦੋਂ ਕੰਬਲ ਨੂੰ ਜੱਫਾ ਪਾਇਆ, ਹੁਣ ਕੰਬਲ ਨੂੰ ਖਿੱਚਦਾ। ਉਹ ਵਾਸਤਵ ਵਿੱਚ ਸਾਧ ਸੰਗਤ ਜੀ ਕੰਬਲ ਨਹੀਂ ਸੀ ਹੋਇਆ ਸੀ, ਰਿੱਛ। ਤੇ ਉਹ ਰਿੱਛ ਰੁੜਿਆ ਜਾਂਦਾ, ਡੁੱਬੇ ਰਿੱਛ ਨੇ ਇਹਨੂੰ ਜਿਹੜਾ ਕੰਬਲ ਕੱਢਣ ਵੜਿਆ ਰਿੱਛ ਨੇ ਇਹਨੂੰ ਜੱਫਾ ਮਾਰ ਲਿਆ। ਉਹ ਡੁੱਬਣ ਲੱਗਾ। ਜਿਹੜਾ ਬਾਹਰ ਖੜਾ ਨਾ ਇਹਦੇ ਨਾਲ ਦਾ, ਉਹਨੂੰ ਕਹਿੰਦਾ ਉਹ ਡੁੱਬੀ ਜਾਣਾ, ਕੰਬਲ ਛੱਡ ਦੇ। ਆਉਂਦਾ ਹੁਣ ਮੈਂ ਤਾਂ ਛੱਡਦਾ, ਹੁਣ ਮੈਨੂੰ ਕੰਬਲ ਨਹੀਂ ਛੱਡਦਾ। ਰਿੱਛ ਨੇ ਉਹਨੂੰ ਪਕੜ ਲਿਆ। ਇਸੇ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਹੈ। ਸੰਸਾਰ ਨੂੰ ਸੁੱਖ ਜਾਣ ਕੇ, ਸੁਖੀ ਜਾਣ ਕੇ ਅਸੀਂ ਪਕੜ ਤਾਂ ਲੈਂਦੇ ਹਾਂ, ਫਿਰ ਛੁੱਟਦਾ ਨਹੀਂ। ਛੱਡਣਾ ਬਹੁਤ ਔਖਾ। ਉਹ ਜਿਵੇਂ ਰਿੱਛ ਹੁੰਦਾ ਨਦੀ ਵਿੱਚ ਰੁੜਿਆ ਜਾਂਦਾ, ਜਿਵੇਂ ਉਹ ਛੱਡਦਾ ਨਹੀਂ ਬਾਅਦ ਵਿੱਚ। ਪਹਿਲਾਂ ਤਾਂ ਕੰਬਲ ਜਾਣ ਕੇ ਰਿੱਛ ਨੂੰ ਹੱਥ ਪਾ ਲਿਆ, ਫਿਰ ਜਦੋਂ ਰਿੱਛ ਨੇ ਫੜਿਆ ਫਿਰ ਨਾਲ ਹੀ ਡੋਬ ਲਿਆ। ਇਹ ਦੁਤੀ ਪਾ ਹੈ। ਪਰਮੇਸ਼ਰ ਹੈ ਇੱਕ, ਸੰਸਾਰ ਹੈ ਇੱਕ, ਨਿਰੰਕਾਰ ਹੈ। ਜਿੰਨਾ ਸਮਾਂ ਸਾਧ ਸੰਗਤ ਜੀ ਸੰਸਾਰ ਵਿੱਚ ਬਿਰਤੀ ਟਿਕੇਗੀ, ਸੰਸਾਰ ਵਿੱਚ ਪ੍ਰੇਮ ਰਹੇਗਾ, ਕਦੇ ਵੀ ਨਿਰੰਕਾਰ ਦੇ ਨਾਲ ਪ੍ਰਾਪਤੀ ਨਿਰੰਕਾਰ ਦੀ ਹੋਣੀ ਔਖੀ ਹੈ, ਕਦੇ ਨਹੀਂ ਹੋਏਗੀ। ਕਿਉਂਕਿ ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਜੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਤੇ ਭਗਤ ਜਿਹਦੀ ਕਰਦੇ ਆ ਪਰਮੇਸ਼ਰ ਤੇ ਸੰਸਾਰ ਦਾ ਜੋੜ ਕਿਵੇਂ ਆ ਸਕਦਾ? ਸੰਸਾਰੀਆਂ ਦਾ ਮੁੱਢ ਸੰਸਾਰ ਹੈ, ਭਗਤਾਂ ਦਾ ਮੁੱਢ ਪਰਮੇਸ਼ਰ ਨਿਰੰਕਾਰ ਹੈ। ਜੇ ਭਗਤਾਂ ਦਾ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਤੇ ਸੰਸਾਰ ਦਾ ਮੁੱਢ, ਸੰਸਾਰੀਆਂ ਦਾ ਮੁੱਢ ਜੋ ਸੰਸਾਰ ਹੈ, ਭਗਤਾਂ ਦਾ ਮੂਲ ਜਿਹੜਾ ਉਹ ਨਿਰੰਕਾਰ ਹੈ। ਫਿਰ ਨਿਰੰਕਾਰ ਤੇ ਸੰਸਾਰ ਦਾ ਮੇਲ ਕਿਵੇਂ ਬਣ ਸਕਦਾ? ਨਹੀਂ ਬਣਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨੂੰ ਦੁਤੀ ਪਾ ਆਖਦੇ ਆ, ਦੁਬਿਧਾ। ਹਰੇਕ ਦੇ ਵਿੱਚ ਦੁਬਿਧਾ ਪਈ ਹੋਈ ਹੈ, ਆਹ ਮੈਂ ਕੰਮ ਕਰਾਂ ਕਿ ਨਾ ਕਰਾਂ। ਹਰ ਵਸਤੂ ਵਿੱਚ ਸਾਨੂੰ ਦੁਬਿਧਾ ਪਈ ਹੋਈ ਹੈ। ਨਾਮ ਜਪ ਲੈਂਦੇ ਹਾਂ, ਅਰਦਾਸ ਕਰਾਂਗੇ, ਪੂਰੀ ਹੋਵੇ ਕਿ ਨਾ ਹੋਵੇ। ਦੁਬਿਧਾ ਸਾਧ ਸੰਗਤ ਜੀ ਖਹਿੜਾ ਛੱਡਦੀ ਨਹੀਂ।
ਇਹ ਬਹੁਤ ਔਖੀ ਹੈ ਛੱਡਣੀ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਦੂਜਾ ਦੁਤੀ ਪਾ ਹੈ ਉਹ ਮਰਦਾ ਕਿਵੇਂ ਹੈ? ਮਹਾਰਾਜ ਨੂੰ ਬੇਨਤੀ ਕਰੀਏ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾ ਭਾਈ ਦੁਤੀ ਪਾ ਪ੍ਰਭ ਕੈ ਸਿਮਰਨ। ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਵਿੱਚ ਦੁਤੀ ਭਾ ਨਹੀਂ ਰਹਿੰਦਾ, ਐਨ ਬਿਰਤੀ ਇੱਕ ਰਸ ਰਹਿੰਦੀ ਹੈ। ਇਨ ਦੁਬਿਧਾ ਘਰ ਬਹੁਤੇ ਗਾਲੇ। ਜਿੰਨੇ ਸਾਧ ਸੰਗਤ ਜੀ ਨੁਕਸਾਨ ਪ੍ਰਾਣੀ ਦਾ ਦੁਬਿਧਾ ਨੇ ਕੀਤਾ, ਕਿਸੇ ਨੇ ਨੁਕਸਾਨ ਨਹੀਂ ਕੀਤਾ। ਨਾ ਦੁਬਿਧਾ ਨਾਮ ਜਪਣ ਦਿੰਦੀ ਹੈ। ਮਨ ਨਾਮ ਜਪਣ ਵਾਸਤੇ ਗੁਟਕਾ ਸਾਹਿਬ ਚੁੱਕਦਾ ਹੈ, ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕਰਦਾ ਹੈ, ਉਸੇ ਵੇਲੇ ਦਬ ਮਨ ਦੂਜੇ ਪਾਸੇ ਵੀ ਹੋ ਜਾਂਦਾ। ਕਹਿੰਦੇ ਇੰਨਾ ਸਮਾਂ ਇੱਥੇ ਲਾਵੇਂਗਾ, ਕੋਈ ਕੰਮ ਕਰ ਲੈ। ਮਨ ਗੁਰੂ ਘਰ ਜਾਣ ਨੂੰ ਕਰਦਾ ਹੈ ਤੇ ਦੂਜਾ ਪੱਖ ਨਾਲੇ ਵੀ ਉੱਠ ਖੜਾ ਹੁੰਦਾ। ਮਨਾ ਜਿੰਨਾ ਸਮਾਂ ਗੁਰੂ ਘਰੇ ਜਾਵੇਂਗਾ ਉਹਨੇ ਸਮੇਂ 'ਚ ਤਾਂ ਤੂੰ ਖੌਰੇ ਕਿੰਨਾ ਕੰਮ ਨਿਬੇੜ ਲੈਣਾ। ਇਹਨੂੰ ਦੁਤੀ ਭਾ ਆਖਦੇ ਆ। ਤੇ ਜਿਨ੍ਹਾਂ ਨਾਮ ਜਪਿਆ ਸਾਧ ਸੰਗਤ ਜੀ ਉਹਨਾਂ ਨੇ ਦੁਤੀ ਭਾ ਦੁਬਿਧਾ ਨੂੰ ਨਾਸ਼ ਕਰ ਲਿਆ ਹੈ।